ਮਾਰਦਾ ਕੁੱਟਦਾ ਸੀ, ਜ਼ੁਲਮ ਕਰਦਾ ਸੀ। ਫਿਰ ਕਦੀ ਮੈਂ ਕਿੰਦੇ ਬੂਹੇ ਤੇ ਜਾਣਾ, ਭੈਣ ਦੇ ਬੂਹੇ ਤੇ, ਕਦੀ ਅੰਮੀ ਦੇ ਬੂਹੇ ਤੇ, ਉਹ ਫਿਰ ਵਲਾ ਵਲੂ ਕੇ ਛੱਡ ਜਾਂਦੇ ਸੀ ਤੇ ਮੇਰਾ ਨਹੀਂ ਗੁਜ਼ਾਰਾ ਹੋਇਆ। ਇੱਕ ਅੱਛੀ ਦੋਸਤ ਮਿਲੀ ਸੀ ਤੇ ਮੈਂ ਆਪਦੇ ਬੱਚੇ ਲੈ ਕੇ ਉਹਦੇ ਕੋਲ ਚਲੀ ਗਈ। ਹੁਣ ਮੇਰੇ ਬੱਚੀਆਂ ਵੱਡੀਆਂ ਵੱਡੀਆਂ ਹੋ ਗਈਆਂ ਨੇ ਤੇ ਹੁਣ ਮੇਰਾ ਬੱਚੀਆਂ ਲੈ ਕੇ ਜਾਂਦੀ ਹਾਂ ਤੇ ਲੋਕ ਗੱਲਾਂ ਕਰਦੇ ਨੇ ਵੀ ਤੂੰ ਬੱਚੀਆਂ ਨੂੰ ਪਤਾ ਨਹੀਂ ਕਿੱਧਰ ਲੈ ਕੇ ਜਾਂਦੀ ਏ। ਬੜਾ ਮੁਸ਼ਕਲ ਗੁਜ਼ਾਰਾ ਹੋ ਰਿਹਾ ਹੈ। ਹੁਣ ਮੈਂ ਇਹਨਾਂ ਬੱਚੀਆਂ ਨੂੰ ਰੋਟੀ ਖਵਾਵਾਂ ਕਿ ਇਹਨਾਂ ਬੱਚੀਆਂ ਦਾ मैं फ़र्ज़ अदा करा। ये आपकी 32-33 साल एज है, तो आपकी कम उम्र में शादी हो गई? हाँ जी, मेरी कम उम्र में शादी हुई। कितनी एज थी जब शादी? मेरी 12 साल उम्र से जब शादी हुई थी। 12-13 साल की नाजरीन उम्र में इनकी शादी हो गई थी। तो अभी आप खुद मतलब 32-33 साल की हैं, तो आपकी बड़ी बेटी कितने साल की है? बड़ी बेटी है 15-16 साल। अस्सलाम वालेकुम नाजरीन, आप देख रहे हैं टू ज़ी पाकिस्तान और मैं आपका अपना मेज़बान ज़ुबैर राजपूत। आज हमारे साथ एक बहन मौजूद हैं और इनकी स्टोरी सुनकर आपको बहुत तकलीफ़ होगी कि जो इनके साथ हुआ है। तो इनसे जानते हैं कि इनके साथ क्या कुछ हुआ है और ये मीडिया पे क्यों आई हैं और ऐसी क्या मजबूरी बन गई कि मीडिया पे आने पे मजबूर हो चुकी हैं। अस्सलाम वालेकुम। वालेकुम सलाम। जी बहन, आपने हमें ऑफ कैमरा बताया कि आप मीडिया पे आने पे मजबूर हुई। क्या ऐसी वजह बनी है कि जो आप मीडिया पे आने पे मजबूर हुई हैं? आपकी सबसे पहले हमारे नाज़रीन को बताइएगा कि आपकी शादी कहाँ हुई और आगे क्या मामलात हैं, बच्चे कितने हैं और अभी कहाँ रह रहे हैं और कैसे गुजारा कर रहे हैं? भाई 3 बेटियां एक बेटा है। बेटियां बड़ियां है, बेटा छोटा है। ਤੇ ਮੀਆਂ ਤਾਏ ਦਾ ਪੁੱਤਰ ਸੀ, ਸ਼ਾਦੀ ਕੀਤੀ ਸੀ ਤੇ ਨਸ਼ਾ ਕਰਦਾ ਸੀ ਤੇ ਮੇਰੀ ਅੰਮੀ ਅੱਬੂ ਨਹੀਂ ਪਤਾ ਸੀ ਇਹ ਨਸ਼ਾ ਕਰਦਾ। ਬਾਅਦ 'ਚ ਪਤਾ ਲੱਗਾ ਨਸ਼ਾ ਕਰਦਾ। ਮੈਂ ਫਿਰ ਵੀ ਗੁਜ਼ਾਰਾ ਕਰਦੀ ਰਹੀ ਲੋਕਾਂ 'ਚ ਕਾਰੋਬਾਰ ਕਰਕੇ ਘਰਾਂ ਵਿੱਚ ਤੇ ਆਪ ਖੁਦ ਵੀ ਨਹੀਂ ਕਾਰੋਬਾਰ ਕਰਦਾ ਸੀ। ਅਗਰ ਅਸੀਂ ਕਾਰੋਬਾਰ ਕਰਦੇ ਸੀ ਤੇ ਸਾਡੇ ਨਾਲ ਸ਼ਾਮ ਨੂੰ ਕਹਿੰਦਾ ਸੀ ਪੈਸੇ ਦੇਵੋ ਤੇ ਪੈਸੇ ਨਹੀਂ ਦਿੰਦੇ ਸੀ ਤੇ ਸਾਨੂੰ ਮਾਰਦਾ ਕੁੱਟਦਾ ਸੀ। ਮਾਰਦਾ ਕੁੱਟਦਾ ਸੀ, ਜ਼ੁਲਮ ਕਰਦਾ ਸੀ। ਫਿਰ ਕਦੀ ਮੈਂ ਕਿੰਦੇ ਬੂਹੇ ਤੇ ਜਾਣਾ, ਭੈਣ ਦੇ ਬੂਹੇ ਤੇ, ਕਦੀ ਅੰਮੀ ਦੇ ਬੂਹੇ ਤੇ, ਉਹ ਫਿਰ ਵਲਾ ਵਲੂ ਕੇ ਛੱਡ ਜਾਂਦੇ ਸੀ ਤੇ ਮੇਰਾ ਨਹੀਂ ਗੁਜ਼ਾਰਾ ਹੋਇਆ। ਇੱਕ ਅੱਛੀ ਦੋਸਤ ਮਿਲੀ ਸੀ ਤੇ ਮੈਂ ਆਪਦੇ ਬੱਚੇ ਲੈ ਕੇ ਉਹਦੇ ਕੋਲ ਚਲੀ ਗਈ ਤੇ ਉਹਨੇ ਮੈਨੂੰ ਘਰਾਂ ਦੇ ਵਿੱਚ ਕੰਮ ਤੇ ਲਾਇਆ ਸੀ ਤੇ ਮੈਂ ਕੰਮ ਕੁੰਮ ਕਰਦੀ ਰਹੀ ਹਾਂ ਤੇ ਮਜੀਦ ਆਪਦਾ ਗੁਜ਼ਾਰਾ ਕਰਦੀ ਰਹੀ ਹਾਂ। ਤੇ ਹੁਣ ਮੇਰੇ ਬੱਚੀਆਂ ਵੱਡੀਆਂ ਵੱਡੀਆਂ ਹੋ ਗਈਆਂ ਨੇ ਤੇ ਹੁਣ ਮੇਰਾ ਬੱਚੀਆਂ ਲੈ ਕੇ ਜਾਂਦੀ ਹਾਂ ਤੇ ਲੋਕ ਗੱਲਾਂ ਕਰਦੇ ਨੇ ਵੀ ਤੂੰ ਬੱਚੀਆਂ ਨੂੰ ਪਤਾ ਨਹੀਂ ਕਿੱਧਰ ਲੈ ਕੇ ਜਾਂਦੀ ਏ। ਤੇ ਮੈਂ लोग कैसी कैसी बातें करते? ਲੋਕੀ ਬਾतें ਕਰਦੇ ਆਪਣੀਆਂ ਬੇਟੀਆਂ ਨੂੰ ਪਤਾ ਨਹੀਂ ਕਿੱਧਰ ਕਿੱਧਰ ਲੈ ਕੇ ਜਾਂਦੀ ਏ ਤੇ ਕੀ ਕਰਦੀ ਏ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਬੱਚੀਆਂ ਜਵਾਨ ਨੇ ਕਿੱਥੇ ਲੈ ਕੇ ਜਾਂਦੀ ਏ ਤੇ ਜਾਨੀ ਕਿ ਮੈਂ ਮਜਬੂਰ ਹੈਗੀ ਹਾਂ। ਦੱਸੋ ਮੈਂ ਕੀ ਕਰਾਂ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਇਸ ਟਾਈਮ ਕਿੱਥੇ ਰਹਿ ਰਹੇ ਹੋ? ਆਪਣਾ ਘਰ ਹੈ? ਕੀ ਮਾਮਲਾ? ਨਹੀਂ ਬਈ, ਆਪਣਾ ਘਰ ਨਹੀਂ, ਕਿਰਾਏ ਤੇ ਕਮਰਾ ਹੈਗਾ, ਇੱਕ ਹੀ ਕਮਰਾ ਜਿਹਦੇ ਵਿੱਚ ਬੈਠੇ ਆ ਤੇ ਇਹਦੇ ਵਿੱਚ ਗੁਜ਼ਾਰਾ ਕਰਦੇ ਪਏ ਆ। ਜਿਹੜਾ ਕੋ ਮਿਲਦਾ ਕੋਠੀਆਂ ਵਿੱਚੋਂ 2000 3000 ਉਹਨਾਂ ਬੱਚਿਆਂ ਨੂੰ ਕੋਈ ਰਾਸ਼ਨ, ਕੋਈ ਕੱਪੜਾ, ਕੋਈ ਇਹ ਵੋ। ਤੇ ਬੱਚੀਆਂ ਜਦੋਂ ਕਿਸੇ ਦੇ ਖਾਣ ਪੀਣ ਵੇਖਦੀਆਂ ਨੇ ਉਹਨਾਂ ਦਾ ਵੀ ਦਿਲ ਕਰਦਾ। ਮੈਂ ਮਜਬੂਰ ਹੈਗੀ ਆ ਤੇ ਮੇਰੇ ਦਿਲ ਤੋਂ ਬਰਦਾਸ਼ਤ ਨਹੀਂ ਹੁੰਦਾ ਤੇ ਮੈਂ ਕਹਿੰਦੀ ਆ ਕਿ ਮੇਰੀਆਂ ਬੱਚੀਆਂ ਦੇਖ ਕੇ ਪਰੇਸ਼ਾਨ ਹੁੰਦੀਆਂ ਨੇ ਤੇ ਮਜੀਦ ਮੈਂ ਬੜਾ ਗੁਜ਼ਾਰਾ ਕੀਤਾ ਹੈ। ਰਾਤ ਨੂੰ ਭੁੱਖੇ ਵੀ ਸੌਂ ਕੇ ਵੇਖਿਆ ਹੈ ਤੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਤੇ ਗੁਜ਼ਾਰਾ ਨਹੀਂ ਹੋ ਰਿਹਾ। ਮੈਂ ਕਹਿੰਦੀ ਮੇਰੀਆਂ ਬੱਚੀਆਂ ਦਾ ਕੋਈ ਮੁਸਤਕਿਲ ਹੋਵੇ। जिस घर में आप रह रही हैं कितना किराया है? ਇਸ ਦਾ 6000, ਕਦੀ 7000। ਅੱਗੇ 6000 ਸੀ ਤੇ ਹੁਣ ਕਹਿੰਦੇ 7000 ਹੋਏਗਾ। एक कमरे का किराया 6 से 7 हज़ार रुपये। ਹਾਂਜੀ, ਪਹਿਲੇ 6 ਦਿੰਦੀ ਸੀ, ਹੁਣ ਉਹ ਕਹਿੰਦੇ 7000 ਦਿਓ। और बिजली का बिल कितना आ जाता है? ਬਿੱਲ ਕਦੀ 1500 ਆ ਜਾਂਦਾ, ਕਦੀ 2000 ਆ ਜਾਂਦਾ ਹੈ ਤੇ बड़ा मुश्किल वक्त गुजरा। तो आप जिधर काम करती हैं, घरों में काम करती हैं, कितने पैसे मिलते हैं एक घर से आप? किसी काम का 500 मिल जाता है, किसी का 1000 मिल जाता है। जो भी मिलता है 2-3 हज़ार एक घर च मिल जाए, 2 घर चो ते उस दे नाल बड़ा मुश्किल गुजारा हो रहा है। हुण मैं इन्हां बच्चियां नूं रोटी खवावां कि इन्हां बच्चियां दा मैं फ़र्ज़ अदा करां, यह परेशानी है। तो जो बेटा है आपका वो छोटा है या बड़ा है? बेटियां बड़ियां, बेटा छोटा है। अच्छा, बेटा छोटा है अभी। हाँ, बेटियां ही करदियां ने तो साथ मैं खुद करती हूँ तो गुजारा हो रहा है। अच्छा, बच्चे स्कूल भी जाते हैं? नहीं, मैं स्कूल कैसे पाऊँ? मैं अपनी इनकी रोटी पूरी करूँ कि स्कूल पाऊँ? ठीक हो गया। तो अभी आप खुद भी, आपकी 32-33 साल एज है, तो आपकी कम उम्र में शादी होगी? हाँ जी, मेरी कम उम्र में शादी हुई। कितनी एज थी जब शादी हुई? मेरी 12 साल उम्र से जब शादी हुई थी। 12-13 साल की नाजरीन उम्र में इनकी शादी हो गई थी।
تو ابھی آپ خود مطلب 32-33 سال کی ہیں، تو آپ کی بڑی بیٹی کتنے سال کی ہے؟ بڑی بیٹی ہے 15-16 سال کی، چھوٹی؟ چھوٹی ہے 1 سال 14 سال کی ہے، سال سال کا فرق ہے۔ اچھا ٹھیک ہو گیا۔ مطلب ناظرین، ایک 14 سال کی بیٹی، ایک 16 سال کی بیٹی ہے، وہ بھی ینگ ایج ہیں، اور ان کی یہ خواہش ہے کہ ان کا فرض ادا ہو جائے، ان کے جہیز کے لیے جو یہ ان کا کہنے کا مقصد یہ ہے کہ ان کے جہیز کے لیے چاہ رہی ہیں کچھ ہیلپ ہو جائے۔ اچھا، تو ابھی تو آپ خود بھی 32-33 سال کی ہیں، 34 سال کی ہیں، تو آپ کا خود کا ارادہ نہیں ہے کوئی آپ کو سپورٹ مل جائے جو آپ کے بچوں کو بھی اپنا سمجھے، تو آپ اس سے شادی کر لیں؟ نہیں، پہلے تو میں بچوں کی سوچوں گی، بچیاں کا فرض ادا کروں گی۔ اگر بچیاں کی خوشی کے ساتھ میری وقت گزر جائے گا تو اچھی بات ہے، اگر نہیں گزرے گا تو پھر بعد میں سوچوں گی، پہلے بچیوں کا کروں گی میں۔ مطلب آپ پریفر کر رہی ہیں کہ پہلے میں بچیوں کا فکر ادا کر لوں؟ کس وجہ سے؟ کو معاشرے سے ڈر لگتا ہے، یہ کیا مطلب؟ نہیں، معاشرے سے ڈر لگتا ہے اچھا، بھی میریاں بچیاں کا فرض ادا ہو جائے تو اس کے بعد میں اب زندگی خود ہی بچیوں کے ساتھ گزار لوں، نہیں گزرے گی تو بعد میں سوچوں گی۔ پہلے زمانہ بہت خطرناک ہے، میں بچیوں کا فرض ادا کروں کہ میری مدد ہو جائے بس۔ تو ابھی آپ ہمارے ویورز سے کیا چاہتی ہیں مختصراً؟ مطلب اب آپ میڈیا پہ رشتوں کے لیے آئے ہیں یا ہیلپ کے لیے آئے ہیں؟ ہیلپ کے لیے، اچھا، میری ہیلپ ہو جائے تو میں ان کا فرض ادا کر دوں بس۔ صحیح۔ مطلب آپ چاہ رہی ہیں کہ ہمارے جو ویورز ہیں، مخیر حضرات ہیں، دیکھنے والے ہیں، وہ آپ کی ہیلپ کریں جس سے آپ اپنی بچیوں کا جہیز بنا سکیں اور ان کا فرض ادا کر سکیں۔ ہاں جی، بس میری یہی خواہش ہے کہ لہٰذا میری مدد ہو جائے، میری بچیاں کا جو مستقل ماڑا موٹا کو مدد کر دے تو میں ان کا فرض ادا کر دوں ان کا۔ تو ناظرین، آپ نے بہن کی باتیں سنی ہیں کہ یہ یہی چاہتی ہیں کہ ان کی زیادہ سے زیادہ ہیلپ کی جائے، تاکہ یہ اپنے لیے ہیلپ نہیں مانگ رہی، یہ اپنے بچوں کے لیے ہیلپ مانگ رہی ہیں، تاکہ جو آج کل کا دور ہے، معاشرہ، ان کو ڈر لگتا ہے کہ جیسا ان کے ساتھ ہوا ہے، اور تاکہ ان کی بچیاں سیف رہیں، ان کی عزت محفوظ رہے اور ان کا یہ فرض ادا کر سکیں۔ تو ناظرین، ان کی زیادہ سے زیادہ ہیلپ کریں اور تاکہ یہ اپنے بچوں کا فرض ادا کر سکیں۔ تو ناظرین، مزید ویڈیوز دیکھنے کے لیے ہمارے چینل کو سبسکرائب کریں، شیئر کریں، دعاؤں میں یاد رکھیے گا، اپنا خیال رکھیے گا۔ اللہ حافظ۔